चौथा। मैं मन तन प्रेम पिरम का, अठे पहर लगन। जन नानक कृपा धार प्रभ, सतगुर सुख विसन। महला चौथा। जिन अंदर प्रीत पिरम की, ज्यों बोलन तिवै सोहन। नानक हर आपे जानदा, जिन लाई प्रीत पिरन। पौड़ी। तू करता आप भुल है, भुलन बिच नाही। तू करें सो सच्चे भला है, गुर शब्द बुझाही। तू करण कारण समर्थ है, दूजा को नाही। तू साहिब अगम दयाल है, सब तुध त्याही। सब जी तेरे तू सब सदा, तू सब छड़ाही। वाहिगुरु जी का खालसा, वाहिगुरु जी की फतेह। गुरु सवारी साध संगत जीओ, गुरबाणी पढ़न सुनन ਅਤੇ ਵਿਚਾਰਨ ਦਾ इतना लाभ है कि सानू भुलियां ते टुटियां नू परमेश्वर नाल जुड़न दी प्रेरणा, सिक्ख्या, जुगती, जाच, तरीका समझ जाता। धन धन गुरु रामदास सच्चे पातशाह फरमांदे ने, एहो जी प्रीत होनी चाहिए है। मैं मन तन प्रेम पिरम का, मेरे मन विच, मेरे तन विच उस प्यारे दा प्रेम ऐसा प्रबल हो जाए कि अठे पहर लगन। दिन ਅਤੇ ਰਾਤ ਦੇ 8 ਪਹਿਰ ਗਿਣੇ ਜਾਂਦੇ ਹਨ। ਭਾਵ ਕੋਈ ਵੀ ਘੜੀ, ਕੋਈ ਵੀ ਪਲ, ਕੋਈ ਵੀ ਸਮਾਂ ਮੇਰੇ ਜੀਵਨ ਵਿੱਚ ਐਸਾ ਨਾ ਆਵੇ ਕਿ ਮੈਂ ਉਸ ਮਾਲਕ ਨੂੰ ਭੁੱਲ ਜਾਵਾਂ। ਸੱਚਮੁੱਚ ਜਿਹੜੀ ਸੱਚੀ ਯਾਦ ਹੈ ਉਹ ਤਾਂ ਇਹੋ ਹੀ ਹੈ। ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਜਦੋਂ ਸਵਾਲ ਕੀਤਾ ਕਿ ਤੁਸੀਂ ਕਿਹੋ ਜਿਹੇ ਮਨੁੱਖ ਪੈਦਾ ਕਰਨਾ ਚਾਹੁੰਦੇ ਹੋ, ਭਾਵ ਮਨੁੱਖਾਂ ਨੂੰ ਕਿਹੋ ਜਿਹੀ ਸਿੱਖਿਆ ਦੇਣੀ ਚਾਹੁੰਦੇ ਹੋ, ਕਿਉਂ ਕਰ ਸਾਥ ਲੰਘਾਵੋ ਪਾਰੇ। ਜਿਸ ਸਿੱਖਿਆ ਦੇ ਨਾਲ ਸਾਥ ਮੈਨੂੰ ਤੁਹਾਡੇ ਜੋ ਸੰਗੀ ਸਾਥੀ ਨੇ, ਤੁਹਾਡੇ ਪੈਰੋਕਾਰ ਨੇ, ਤੁਹਾਨੂੰ ਮੰਨਣ ਵਾਲੇ ਨੇ, ਉਹਨਾਂ ਨੂੰ ਤੁਸੀਂ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਲੰਘਾਉਣਾ ਚਾਹੁੰਦੇ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਮੇਰੀ ਵਿਚਾਰ ਦੇ ਮੁਤਾਬਕ ਇਹੋ ਜਿਹੇ ਮਨੁੱਖ ਹੋਣੇ ਚਾਹੀਦੇ ਨੇ। ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਕੜ ਕੜਾਵੇ। ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ। ਗੁਰਮੁਖ ਰੋਮ ਰੋਮ ਹਰ ਧਿਆਵੇ, ਨਾਨਕ ਗੁਰਮੁਖ ਸਾਚ ਸਮਾਵੇ। ਜਿਨ੍ਹਾਂ ਦੀ ਪ੍ਰੀਤ ਪਰਮਾਤਮਾ ਨਾਲ ਐਸੀ ਹੋਵੇ ਕਿ ਉਹ ਸੱਚੇ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝੇ ਤੇ ਸੱਚੇ ਦਾ ਨਿਰਮਲ ਭਾਉ ਆਪਣੇ ਮਨ ਵਿੱਚ ਵਸਾਉ। ਇਹ ਮਨ ਜਿਹੜਾ ਅਕੜ ਹੈ, ਇਹਨੂੰ ਬਾਣੀ ਦੀ ਵਿਚਾਰ ਕਰਕੇ ਕੱਢਦੇ ਨੇ ਔਰ ਹਮੇਸ਼ਾ ਉਸ ਨਿਰਮਲ ਹਰੀ ਦੇ ਗੁਣ ਗਾਇਨ ਕਰ।
ਤੇ ਨਿਰਮਲ ਗੁਣ ਗਾ ਕੇ ਉਸ ਪਵਿੱਤਰ ਪਰਮ ਪਦਵੀ ਨੂੰ ਪ੍ਰਾਪਤ ਕਰਨ। ਤੇ ਇੱਕ ਦਿਨ ਐਸਾ ਆਵੇ ਕਿ ਗੁਰਮੁਖ ਰੋਮ ਰੋਮ ਹਰ ਧਿਆਵੇ। ਇੰਨੀ ਪ੍ਰੀਤ ਪ੍ਰਬਲ ਹੋ ਜਾਏ ਕਿ ਉਹਨਾਂ ਦਾ ਰੋਮ ਰੋਮ ਪਰਮਾਤਮਾ ਨੂੰ ਯਾਦ ਕਰਨ। ਅਸੀਂ ਦੁਨੀਆਦਾਰ ਲੋਕ ਇਸ ਅਵਸਥਾ ਵਿੱਚ ਕਦੇ ਸੋਚਦੇ ਹੀ ਨਹੀਂ, ਪਰ ਹਾਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਜਿਸ ਨਾਲ ਪ੍ਰੀਤ ਹੋਵੇ, ਜਿਵੇਂ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਮੱਛੀ ਦੀ ਪ੍ਰੀਤ ਪਾਣੀ ਨਾਲ ਹੈ, ਪਾਣੀ ਤੋਂ ਵਿਛੜ ਕੇ ਉਹ ਜਿਉਂਦੀ ਨਹੀਂ ਰਹਿ ਸਕਦੀ। ਬੂੰਦ ਵੇ ਹੋਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੇ। ਪਪੀਏ ਦੀ ਪ੍ਰੀਤ ਸਵਾਂਤੀ ਬੂੰਦ ਨਾਲ ਹੈ, ਸਵਾਂਤੀ ਬੂੰਦ ਤੋਂ ਬਿਨਾਂ ਉਸਨੂੰ ਤ੍ਰਿਪਤੀ ਆਉਂਦੀ ਨਹੀਂ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਬੂੰਦ ਵਿਹੂਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੇ। ਨਾਦ ਕੁਰੰਗ ਕਹਿ ਬੇਦਿਆ ਸਨਮੁਖ ਉੱਠ ਧਾਵੇ। ਪਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਧਾਵੇ। ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ। ਪ੍ਰੀਤ ਸੱਚਮੁੱਚ ਇਹੋ ਜਿਹੀ ਚਾਹੀਦੀ। ਮਹਾਰਾਜ ਨੇ ਬਾਣੀ ਵਿੱਚ ਬਹੁਤ ਮਿਸਾਲਾਂ ਦੇ ਕੇ ਸਮਝਾਇਆ। ਭੁੱਖੇ ਦੀ ਪ੍ਰੀਤ ਅਨਾਜ ਨਾਲ ਹੈ, ਲੋਭੀ ਦੀ ਪ੍ਰੀਤ ਧਨ ਨਾਲ ਹੈ। ਜਿਸ ਦੀ ਜਿੱਥੇ ਪ੍ਰੀਤ ਲੱਗੀ ਹੋਈ ਹੈ ਨਾ, ਉਹਦੀ ਉਹ ਲਗਨ ਟੁੱਟਦੀ ਨਹੀਂ। ਪਰ ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਮੈਂ ਤਾਂ ਇਹ ਚਾਹੁੰਦਾ ਹਾਂ ਕਿ ਮੇਰੀ ਐਸੀ ਪ੍ਰੀਤ ਪਰਮਾਤਮਾ ਨਾਲ ਹੋਵੇ। ਮੈਂ ਮਨ ਤਨ ਪ੍ਰੇਮ ਪਿਰਮ ਕਾ ਅੱਠੇ ਪਹਿਰ ਲਗਾਨਾ। ਮੇਰਾ ਜੀਵਨ ਦਾ ਸਾਰਾ ਸਮਾਂ, ਕਿਉਂਕਿ 8 ਪਹਿਰਾਂ ਤੋਂ ਬਾਹਰ ਕੁਝ ਨਹੀਂ ਰਹਿ ਜਾਂਦਾ। 4 ਪਹਿਰ ਦਿਨ ਦੇ ਹਨ, 4 ਪਹਿਰ ਰਾਤ ਦੇ। 8 ਪਹਿਰ ਮੇਰੇ ਲੱਗੇ ਰਹਿਣ, ਭਾਵ ਮੇਰੀ ਪ੍ਰੀਤ ਬਣੀ ਰਹੇ। ਜਨ ਨਾਨਕ ਕਿਰਪਾ ਧਾਰ ਪ੍ਰਭ। ਨਾਨਕ ਦਾਸ ਜੀ ਫਰਮਾਉਂਦੇ ਨੇ, ਜਿਨ੍ਹਾਂ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ, ਜਿਨ੍ਹਾਂ ਤੇ ਪ੍ਰਭੂ ਕਿਰਪਾ ਕਰ ਦਿੰਦਾ, ਤਥਾ ਹੈ ਪ੍ਰਭੂ ਮੇਰੇ ਤੇ ਵੀ ਕਿਰਪਾ ਕਰ। ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਨ। ਉਹ ਫਿਰ ਸਤਿਗੁਰੂ ਦੇ ਉਪਦੇਸ਼ ਦੁਆਰਾ ਸੁਖ ਵਿੱਚ ਵਸਦੇ ਹਨ। ਭਾਵ ਉਹਨਾਂ ਨੂੰ ਕਦੇ ਵੀ ਵਿਛੋੜੇ ਦੀ ਪੀੜਾ ਸਹਿਣ ਨਹੀਂ ਕਰਨੀ ਪੈਂਦੀ। ਉਹ ਹਰ ਹਾਲਤ ਵਿੱਚ ਗੁਰਮੁਖ ਰੋਮ ਰੋਮ ਹਰ ਧਿਆਵੇ। ਤੋ ਐਸੀ ਅਰਦਾਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਕਰਦੇ ਤੇ ਸਾਨੂੰ ਕਰਨ ਦੀ ਜਾਚ ਸਿਖਾਉਂਦੇ। ਮਹਿਲਾ ਚੌਥਾ। ਜਿਨ ਅੰਦਰ ਪ੍ਰੀਤ ਪਿਰਮ ਕੀ ਜਿਉਂ ਬੋਲਣ ਤਿਵੈ ਸੁਹਨ। ਜਿਨ੍ਹਾਂ ਭਾਗਸ਼ਾਲੀ ਮਨੁੱਖਾਂ ਦੇ ਅੰਦਰ ਪਿਆਰੇ ਦੀ ਪ੍ਰੀਤ ਇਸ ਤਰ੍ਹਾਂ ਪ੍ਰਬਲ ਹੋ ਜਾਂਦੀ ਹੈ, ਜਿਉਂ ਬੋਲਣ ਤਿਵੈ ਸੁਹਨ। ਉਹ ਜਿਸ ਅਵਸਥਾ ਵਿੱਚ ਵੀ ਬਚਨ ਕਰਦੇ ਨੇ ਉਹ ਸੋਹਣੇ ਲੱਗਦੇ ਨੇ, ਕਿਉਂਕਿ ਉਹਨਾਂ ਕੋਲ ਦਿਖਾਵਾ ਨਹੀਂ ਹੁੰਦਾ। ਉਹ ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸੱਚ ਸਮਾਣੀ। ਉਹਨਾਂ ਦੀ ਮਨ ਦੀ ਸੰਕਲਪ ਸ਼ਕਤੀ ਸੱਚ ਵਿੱਚ ਸਮਾਈ ਰਹਿੰਦੀ। ਉਹ ਹੋਰ ਕੋਈ ਬੋਲਦੇ ਹੀ ਨਹੀਂ। ਆਖਿਆ ਜਿਹੜੇ ਫਿਰ ਇਸ ਤਰ੍ਹਾਂ ਪਰਮਾਤਮਾ ਦੀ ਪ੍ਰੀਤ ਵਿੱਚ ਭੇਜ ਜਾਂਦੇ ਨੇ,
ਉਹਨਾਂ ਦੇ ਮੁਖਾਰ ਬਿੰਦ ਤੋਂ ਕਦੇ ਗਲਤ ਬੋਲ ਨਿਕਲਦੇ ਹੀ ਨਹੀਂ। ਉਹ ਜੋ ਬੋਲਦੇ ਨੇ ਉਹ ਸੋਹਣਾ ਲੱਗਦਾ, ਮਿੱਠਾ ਲੱਗਦਾ, ਪਿਆਰਾ ਲੱਗਦਾ। ਤੇ ਲੋਕ ਕਹਿੰਦੇ ਨੇ ਜੀ ਤੁਹਾਡੇ ਮੂੰਹੋਂ ਫੁੱਲ ਖਿਰਦੇ ਨੇ। ਇਹ ਕਦੋਂ ਕਿਹਾ ਜਾਂਦਾ? ਜਦੋਂ ਉਹਨਾਂ ਦੇ ਬੋਲ ਹਰ ਇੱਕ ਦੇ ਹਿਰਦੇ ਨੂੰ ਸੁੱਖ ਦਿੰਦੇ। ਜਿਨ ਅੰਦਰ ਪ੍ਰੀਤ ਪਿਰਮ ਕੀ, ਜਿਉਂ ਬੋਲਣ ਤਿਵੈ ਸੋਹਨ। ਉਹ ਜਿਸ ਅਵਸਥਾ ਵਿੱਚ ਵੀ ਬਚਨ ਕਰਦੇ ਨੇ ਉਹ ਸੁਹਾਨ ਸੋਹਣੇ ਲੱਗਦੇ। ਨਾਨਕ ਹਰ ਆਪੇ ਜਾਣਦਾ, ਜਿਨ ਲਾਈ ਪ੍ਰੀਤ ਪਿਰਨ। ਨਾਨਕ ਗੁਰੂ ਜੀ ਫਰਮਾਉਂਦੇ ਨੇ ਇਸ ਅਵਸਥਾ ਦੇ ਸੰਬੰਧ ਵਿੱਚ ਹਰ ਆਪੇ ਜਾਣਦਾ। ਜੇ ਕੋਈ ਵਿਅਕਤੀ ਚਾਹੇ ਕਿ ਮੈਂ ਇਸ ਨੂੰ ਵਰਣਨ ਕਰਾਂ, ਮੈਂ ਇਹਨੂੰ ਸ਼ਬਦਾਂ ਦੁਆਰਾ ਸਮਝਾਵਾਂ, ਮਹਾਰਾਜ ਕਹਿੰਦੇ ਨਹੀਂ। ਇਹ ਤਾਂ ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਇਹ ਉਸ ਦੀ ਆਪਣੀ ਖੇਡ ਹੈ। ਉਹ ਆਪ ਹੀ ਸਾਜਦਾ, ਆਪ ਹੀ ਬਣਾਉਂਦਾ, ਆਪ ਹੀ ਰੰਗਦਾ। ਨਾਨਕ ਹਰ ਆਪੇ ਜਾਣਦਾ, ਜਿਨ ਲਾਈ ਪ੍ਰੀਤ ਪਿਰਨ। ਜਿਸ ਪਰਮਾਤਮਾ ਨੇ ਕਿਰਪਾ ਕਰਕੇ ਆਪਣੀ ਪ੍ਰੀਤ ਬਖਸ਼ਿਸ਼ ਕੀਤੀ, ਤਥਾ ਜਿਸਨੇ ਉਸ ਨੂੰ ਆਪਣੇ ਚਰਨਾਂ ਵਿੱਚ ਲਾ ਲਿਆ, ਇਹ ਉਹ ਹੀ ਜਾਣਦਾ। ਇਹਦੀ ਕੋਈ ਕਹੇ ਮੈਂ ਵਿਆਖਿਆ ਕਰਕੇ ਸਮਝਾਵਾਂ, ਅੱਖਰਾਂ ਨਾਲ ਸਮਝਾ ਸਕਾਂ, ਨਹੀਂ, ਇਹ ਸਮਝਾਉਣ ਵਾਲੀ ਖੇਡ ਹੈ ਹੀ ਨਹੀਂ। ਇਸ ਲਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਓ, ਜਿਨ ਅੰਦਰ ਪ੍ਰੀਤ ਪਿਰਮ ਕੀ, ਜਿਉਂ ਬੋਲਣ ਤਿਵੈ ਸੋਹਨ। ਉਹ ਜਿਵੇਂ ਵੀ ਬਚਨ ਕਰਦੇ ਨੇ ਸੋਹਣੇ ਕਰਦੇ। ਕਿਉਂ? ਉਹਨਾਂ ਦੇ ਅੰਦਰ ਪਿਆਰੇ ਦੀ ਪ੍ਰੀਤ ਹੈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਬਾਰ ਥੀਏ। ਜਿਨ ਅੰਦਰ ਪ੍ਰੀਤ ਪਿਰਮ ਕੀ, ਜਿਉਂ ਬੋਲਣ ਤਿਵੈ ਸੋਹਨ। ਨਾਨਕ ਹਰ ਆਪੇ ਜਾਣਦਾ, ਜਿਨ ਲਾਈ ਪ੍ਰੀਤ ਪਿਰਨ। ਇਸ ਭੇਤ ਨੂੰ ਉਹ ਪਰਮਾਤਮਾ ਆਪ ਹੀ ਸਮਝਦਾ। ਕੋਈ ਜੀਵ ਇਹਦੇ ਸੰਬੰਧੀ ਆਪਣੇ ਵਿਚਾਰ ਨਹੀਂ ਕਰ ਸਕਦਾ। ਜਿਸ ਮਾਲਕ ਨੇ ਕਿਰਪਾ ਕਰਕੇ ਆਪਣੀ ਪ੍ਰੀਤ ਲਾਈ ਹੈ, ਜਿਸ ਮਾਲਕ ਨੇ ਕਿਰਪਾ ਕਰਕੇ ਸੋਝੀ ਪ੍ਰਦਾਨ ਕੀਤੀ ਹੈ, ਇਹ ਉਹ ਆਪ ਹੀ ਜਾਣ। ਇਸੇ ਲਈ ਮਹਾਰਾਜ ਬਾਣੀ 'ਚ ਸਭ ਜਗ੍ਹਾ ਕਹਿੰਦੇ ਨੇ, ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ। ਆਪੇ ਦੇਖੈ, ਆਪੇ ਬੂਝੈ, ਆਪੇ ਹੈ ਵਣਜਾਰਾ। ਅੰਦਰਾ ਨੀਚ ਦਦ ਪਰਦੇਤੀ, ਖਿਨਿਆ ਵਹਿ ਤਰ ਜਾਵੇ। ਤਾਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੇ। ਇਹ ਖੇਡ ਉਸ ਪਰਮਾਤਮਾ ਦੀ ਆਪਣੀ। ਜਿਨ ਅੰਦਰ ਪ੍ਰੀਤ ਪਿਰਮ ਕੀ, ਜਿਉਂ ਬੋਲਣ ਤਿਵੈ ਸੋਹਨ। ਨਾਨਕ ਹਰ ਆਪੇ ਜਾਣਦਾ, ਜਿਨ ਲਾਈ ਪ੍ਰੀਤ ਪਿਰਨ। ਪੌੜੀ ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾਹੀ। ਦੇਖੋ ਬੜਾ ਸਰਲ ਪਾਠ ਹੈ। ਕਿਧਰੇ ਤੂੰ ਹੈ, ਕਿਧਰੇ ਤੂੰ ਹੈ। ਬਹੁਤ ਸਾਰੇ ਵੀਰ ਇਤਰਾਜ਼ ਕਰਦੇ ਨੇ ਜੀ ਤੁਸੀਂ ਆਪਣੇ ਕੋਲੋਂ ਬਿੰਦੀ ਕਿਉਂ ਲਾਈ? ਕੀ ਗੁਰੂ ਮਹਾਰਾਜ ਕੋਲ ਸਿਆਹੀ ਮੁੱਕ ਗਈ ਸੀ? ਨਹੀਂ ਪਾਈ।
ਗੁਰੂ ਮਹਾਰਾਜ ਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ, ਕਦੇ ਕਰਨਾ ਹੀ ਨਹੀਂ ਚਾਹੀਦਾ। ਪਰ ਉਚਾਰਨ ਨੂੰ ਸ਼ੁੱਧ ਕਰਨ ਲਈ ਜੇ ਇੱਥੇ ਭੁੱਲ ਹੈ ਪੜਾਂਗੇ ਤੇ ਉਹਦਾ ਅਰਥ ਕੀ ਹੋਵੇਗਾ? ਉਹ ਪਿਛਲੇ ਬੀਤੇ ਕਾਲ ਦੀ ਗੱਲ ਬਣ ਜਾਏਗੀ। ਇਹ ਹੈ ਵਰਤਮਾਨ ਦੀ ਗੱਲ ਪਰਫੈਕਟ। ਗੁਰੂ ਮਹਾਰਾਜ ਕਹਿ ਰਹੇ ਨੇ ਤੂੰ ਕਰਤਾ ਆਪ ਅਭੁੱਲ ਹੈ। ਇਹਨੂੰ ਹੈ ਕਹਾਂਗੇ ਤੇ ਕਾਲ ਬਦਲ ਜਾਏ। ਇਸ ਲਈ ਬਿੰਦਾ ਚੇਪਣ ਦੀ ਇੱਥੇ ਲਿਖਣ ਦੀ ਗੱਲ ਨਹੀਂ, ਇਹ ਤਾਂ ਉਚਾਰਨ ਸ਼ੁੱਧ ਕਰਨ ਤੇ ਸਮਝ ਵਿੱਚ ਲਿਆਉਣ ਲਈ। ਕਿਉਂਕਿ ਤੂੰ ਕਿਹਾ ਹੈ, ਤੂੰ ਦਾ ਮਤਲਬ ਹੈ ਸਿੱਧੀ ਗੱਲ ਪਰਮਾਤਮਾ ਨਾਲ ਹੋ ਰਹੀ। ਹੇ ਪਰਮਾਤਮਾ ਤੂੰ ਕਰਤਾ ਆਪ ਅਭੁੱਲ ਹੈ। ਕਰਤੇ ਦਾ ਮਤਲਬ ਹੈ ਕਰਨ ਵਾਲਾ, ਆਪ ਅਭੁੱਲ ਹੈ। ਅਭੁੱਲ ਉਸ ਨੂੰ ਕਹਿੰਦੇ ਨੇ ਜਿਹੜਾ ਕਦੇ ਭੁੱਲੇ ਨਾ। ਬਾਣੀ ਤੇ ਇਸ ਗੱਲ ਤੇ ਪੂਰਨ ਤੌਰ ਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਬਾਕੀ ਸਾਰਾ ਸੰਸਾਰ ਭੁੱਲ ਸਕਦਾ, ਪਰ ਇੱਕ ਪਰਮਾਤਮਾ ਤੇ ਇੱਕ ਗੁਰੂ ਨਹੀਂ ਭੁੱਲਦਾ। ਤੋ ਇੱਥੇ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਹੀਂ। ਹੇ ਵਾਹਿਗੁਰੂ ਤੂੰ ਅਭੁੱਲ ਹੈ, ਤੂੰ ਕਦੇ ਭੁੱਲਣ ਵਿੱਚ ਆਉਂਦਾ ਹੀ ਨਹੀਂ। ਭਾਵ ਤੇਰੇ ਵਿੱਚ ਇਹ ਦੋਸ਼, ਇਹ ਕਮੀ ਹੈ ਹੀ ਨਹੀਂ। ਇਸ ਲਈ ਤੂੰ ਕਰੈ ਸੋ ਸੱਚੇ ਭਲਾ ਹੈ। ਹੁਣ ਇੱਥੇ ਇਹਨੂੰ ਹੈ ਪੜ੍ਹਨਾ। ਤੂੰ ਕਰੈ ਸੋ ਸੱਚੇ ਭਲਾ ਹੈ। ਹੇ ਵਾਹਿਗੁਰੂ ਜੀ, ਜੋ ਤੁਸੀਂ ਕਰਦੇ ਹੋ ਉਹ ਭਲਾ ਹੀ ਕਰਦੇ। ਇਸੇ ਲਈ ਜਿਨ੍ਹਾਂ ਤੇ ਕਿਰਪਾ ਹੋ ਗਈ ਉਹਨਾਂ ਨੇ ਸਮਝਾਇਆ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਜਪਜੀ ਸਾਹਿਬ ਵਿੱਚ ਰੋਜ਼ ਪੜ੍ਹਦੇ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਕਰੈ ਸੋ ਸੱਚੇ ਭਲਾ ਹੈ, ਗੁਰ ਸ਼ਬਦ ਬੁਝਾਈ। ਪਰ ਇਹ ਸਮਝ, ਗੁਰ ਸ਼ਬਦ ਬੁਝਾਈ, ਸ਼ਬਦ ਦੇ ਦੱਦੇ ਨੂੰ ਸਿਆਰੀ ਹੈ। ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਤੂੰ ਇਹ ਸਮਝ ਦਿੰਦਾ ਹੈ। ਤੂੰ ਕਰਨ ਕਾਰਨ ਸਮਰੱਥ ਹੈ। ਹੁਣ ਇੱਥੇ ਫਿਰ ਹੈ ਪੜ੍ਹਨਾ। ਹੇ ਵਾਹਿਗੁਰੂ ਤੂੰ ਸਾਰੇ ਕਾਰਨਾਂ ਦੇ ਕਰਨ ਦੀ ਸਮਰੱਥਾ ਰੱਖਦਾ, ਜੋ ਤੂੰ ਚਾਹੇ ਕਰ ਸਕਦਾ। ਖਿਨ ਮੈਂ ਰਾਓ ਰੰਗ ਕੋ ਕਰਈ, ਰਾਓ ਰੰਗ ਕਰ ਡਾਰੇ। ਰੀਤੇ ਭਰੇ ਭਰੇ ਸਕਨਾਵੇ, ਯਹ ਤਾ ਕੋ ਵਿਵਹਾਰੇ। ਤੂੰ ਕਰਨ ਕਾਰਨ ਸਮਰੱਥ ਹੈ, ਦੂਜਾ ਕੋ ਨਾਹੀ। ਤੇਰੇ ਤੋਂ ਬਿਨਾ ਹੋਰ ਦੂਜਾ ਕੋਈ ਹੈ। ਤੂੰ ਸਾਹਿਬ ਅਗਮ ਦਿਆਲ ਹੈ। ਹੁਣ ਇੱਥੇ ਸਾਹਿਬ ਅਗਮ ਦਿਆਲ ਹੈ, ਇਹਨੂੰ ਅਗਮ ਨਹੀਂ ਪੜ੍ਹਨਾ। ਇਹ ਖੂਬਸੂਰਤੀ ਹੈ। ਜਿੱਥੇ ਮਹਾਰਾਜ ਨੇ ਸਟ੍ਰੈਸ ਦੇ ਕੇ ਬੋਲਣ ਲਈ ਕਿਹਾ, ਉੱਥੇ ਗੱਗੇ ਨੂੰ ਟਿੱਪੀ ਲਾ ਦਿੱਤੀ। ਇੱਥੇ ਥੋੜ੍ਹਾ ਜਿਹਾ ਮੁਲਾਇਮ ਕਰਕੇ ਬੋਲਣਾ ਤੇ ਬੋਲਣਾ ਅਗਮ ਹੈ। ਤੂੰ ਸਾਹਿਬ ਅਗਮ ਦਿਆਲ ਹੈ। ਤੂੰ ਸਭ ਦਾ ਮਾਲਕ ਹੈ ਔਰ ਅਪਹੁੰਚ ਹੈ। ਤੇਰੇ ਤੱਕ ਕਿਸੇ ਦੀ ਇਹਨਾਂ ਇੰਦਰੀਆਂ ਦੁਆਰਾ ਗੰਮਤਾ ਨਹੀਂ, ਪਹੁੰਚ ਨਹੀਂ। ਸਭ ਤੁਧ ਧਿਆਈ, ਸਾਰੇ ਜੀਵ ਤੈਨੂੰ ਹੀ ਧਿਆਉਂਦੇ ਹਨ। ਗੁਰੂ ਰਾਮਦਾਸ ਜੀ ਦਾ ਇਹ ਪੂਰਨ ਵਿਸ਼ਵਾਸ ਹੈ ਕਿ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਬਿਨ ਹਰ ਬੋਲਤ ਹੈ ਨਹੀਂ ਹੋਰ। ਆਖਿਆ ਜਿਤਨੇ ਵੀ ਜੀਵ ਹਨ
ਇਹ ਵੱਖਰੀ ਗੱਲ ਹੈ ਕਿ ਉਹਨਾਂ ਦੀ ਬੋਲੀ ਵੱਖਰੀ ਹੈ। ਅਸੀਂ ਉਹਨਾਂ ਦੀ ਬੋਲੀ ਨੂੰ ਸਮਝ ਨਹੀਂ ਰਹੇ, ਪਰ ਉਹ ਮਾਲਕ ਬੋਲੀ ਨੂੰ ਸਮਝਦਾ ਹੈ ਤੇ ਉਹ ਜੋ ਬੋਲ ਰਹੇ ਨੇ ਉਹ ਤੁਹਾਡਾ ਹੀ ਨਾਮ ਬੋਲ ਰਹੇ। ਤੂੰ ਸਾਹਿਬ ਅਗਮ ਦਿਆਲ ਹੈ, ਸਭ ਤੁਧ ਤੇ ਆਈ। ਸਾਰੇ ਤੁਹਾਨੂੰ ਹੀ ਧਿਆ ਰਹੇ ਹਨ, ਸਭ ਦਾ ਧਿਆਨ ਤੁਹਾਡੇ ਵੱਲ ਹੈ, ਸਭ ਤੁਹਾਨੂੰ ਯਾਦ ਕਰ ਰਹੇ ਨੇ। ਸਭ ਜੀ ਤੇਰੇ, ਤੂੰ ਸਭ ਸਦਾ, ਤੂੰ ਸਭ ਛਡਾਈ। ਇਹ ਜਿਤਨੇ ਜੀਵ ਜੰਤ ਹਨ ਸਭ ਤੇਰੇ ਹਨ, ਔਰ ਤੂੰ ਸਬਸਦਾ ਸਾਰਿਆਂ ਦਾ, ਤੇ ਤੂੰ ਹੀ ਸਭਨਾਂ ਨੂੰ ਛਡਾਈ। ਇਹਨਾਂ ਦੁੱਖਾਂ ਝੋਰਿਆਂ ਤੋਂ ਛੁਡਾ ਸਕਦਾ। ਇਸ ਲਈ ਮਹਾਰਾਜ ਬਾਰ-ਬਾਰ ਕਹਿੰਦੇ ਨੇ, ਭਾਈ ਜੇ ਤੁਸੀਂ ਚਿੰਤਾ ਛੱਡ ਕੇ ਅਚਿੰਤ ਹੋਣਾ ਚਾਹੁੰਦੇ ਹੋ ਤਾਂ ਇਹ ਵਿਸ਼ਵਾਸ ਪੈਦਾ ਕਰੋ ਕਿ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰਜਾਮੀ। ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਕਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਸਭ ਜੀ ਤੇਰੇ, ਤੂੰ ਸਭ ਸਦਾ, ਤੂੰ ਸਭ ਛਡਾਈ। ਤੂੰ ਆਪ ਹੀ ਸਾਰਿਆਂ ਨੂੰ ਇਹਨਾਂ ਚਿੰਤਾਵਾਂ ਤੋਂ, ਇਹਨਾਂ ਝੋਰਿਆਂ ਤੋਂ, ਇਹਨਾਂ ਫਿਕਰਾਂ ਤੋਂ ਛਡਾਉਣ ਵਾਲਾ। ਤੋ ਸਤ ਸੰਗਤ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਕਿਤਨੀ ਸਰਲ, ਕਿਤਨੀ ਹਿਰਦਿਆਂ ਨੂੰ ਟੁੰਬਣ ਤੇ ਹਿਰਦਿਆਂ ਵਿੱਚ ਵਸਣ ਵਾਲੀ, ਤੇ ਵਾਹਿਗੁਰੂ ਜੀ ਦੇ ਸਰੂਪ ਦਾ ਵਰਣਨ ਕਰਕੇ ਸਾਨੂੰ ਉਹਦੇ ਨਾਲ ਜੁੜਨ ਦੀ ਪ੍ਰੇਰਨਾ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।